ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਪਰਮ ਸਤਿਕਾਰਯੋਗ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਸਾਹਿਬ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੀ ਸੰਗਤ ਵਡਭਾਗੀ ਹਾਂ ਜੋ ਕਿ ਅੰਮ੍ਰਿਤ ਵੇਲੇ ਮੇਰੀ ਅਤੇ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨ ਛੋਹ ਇਸ ਪਾਵਨ ਪਵਿੱਤਰ ਸਥਾਨ ਉੱਪਰ ਤਖਤ ਜਬਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਪਰਸ ਰਹੇ ਹਾਂ। ਪਾਵਨ ਪਵਿੱਤਰ ਦਰਬਾਰ ਦੀਆਂ ਸੇਵਾਵਾਂ ਕਰ ਰਹੇ ਹਾਂ ਅਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਗੁਰੂ ਕੇ ਇਤਿਹਾਸ ਇਹਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ, ਕਿਉਂਕਿ ਪਾਤਸ਼ਾਹ ਦਾ ਗੁਰਬਾਣੀ ਅੰਦਰ ਆਪਾਂ ਨੂੰ ਹੁਕਮ ਹੈ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ। ਜਦੋਂ ਅਸੀਂ ਪੁਰਾਤਨ ਇਤਿਹਾਸ ਤੇ ਸਾਹਿਬ ਮੇਰਾ ਨੀਤ ਨਿਵਾਨ ਸਤਿਗੁਰ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਉਪਦੇਸ਼ ਇਹਦੇ ਨਾਲ ਜੁੜਦੇ ਹਾਂ, ਸਾਨੂੰ ਸਾਡੇ ਜੀਵਨ ਦੀ ਸੋਝੀ ਆਉਂਦੀ ਹੈ। ਇਹੀ ਕਰਨ ਆਉਣਾ ਹੁੰਦਾ ਆਪਾਂ ਗੁਰੂ ਕੋਲੇ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਆਓ ਅੱਜ ਜੂਨ 1984 ਘੱਲੂਘਾਰਾ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੱਜ ਤੋਂ ਤਕਰੀਬਨ 37 ਸਾਲ ਪਹਿਲਾਂ ਬਹੁਤ ਵੱਡਾ ਇੱਕ ਦੁਖਾਂਤ ਵਾਪਰਿਆ, ਜਿਹਦੇ ਅੰਦਰ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 2-2 ਮਹੀਨੇ ਦੇ ਸਵਾ ਮਹੀਨੇ ਦੇ ਬੱਚਿਆਂ ਤੋਂ ਲੈ ਕੇ ਤੇ ਵੱਡੀ ਉਮਰ ਤੱਕ ਦੀਆਂ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਇਸ ਦੁਖਾਂਤ ਦੇ ਅੰਦਰ, ਇਸ ਘੱਲੂਘਾਰੇ ਦੇ ਅੰਦਰ ਮੌਕੇ ਦੀ ਜ਼ਾਲਮ ਸਰਕਾਰ ਵੱਲੋਂ ਐਸੇ ਤਸੱਦਦ ਕੀਤੇ ਗਏ। ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੁਰਬਾਣੀ ਅੰਦਰ ਪਾਤਸ਼ਾਹ ਨੇ ਜ਼ਿਕਰ ਕੀਤਾ, ਜਦੋਂ ਬਾਬਰ ਦਾ ਹਮਲਾ ਹੋਇਆ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਉਦੋਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਕਿਉਂਕਿ ਉਦੋਂ ਵੀ ਬਹੁਤ ਵੱਡਾ ਦੁਖਾਂਤ ਇੱਥੇ ਵਾਪਰਿਆ। ਇਸੇ ਤਰ੍ਹਾਂ 1984 ਦਾ ਇਹ ਜਿਹੜਾ ਘੱਲੂਘਾਰਾ, ਇਹਦੋਂ ਪਹਿਲਾਂ ਵੱਡੇ ਘੱਲੂਘਾਰੇ ਇੱਧਰ ਕੋਪਰ ਹੀਰੇ ਦਾ ਆਪਾਂ ਪੜ੍ਹਦੇ ਹਾਂ, ਜਿਹਦੇ ਅੰਦਰ ਤਕਰੀਬਨ 35,000 ਗੁਰਮੁਖ ਸਿੰਘ ਸਿੰਘਣੀਆਂ ਸ਼ਹਾਦਤ ਦੇ ਜਾਮ ਪੀਤੇ। ਤੇ ਇੱਧਰ ਕਾਨੂੰਵਾਲ ਦੇ ਸੰਭ ਦੇ ਅੰਦਰ ਛੋਟਾ ਘੱਲੂਘਾਰਾ ਹੋਇਆ,
ਉੱਥੇ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਗਏ ਤੇ ਆਪਣੀ ਉਮਰ ਦੇ ਅੰਦਰ ਇਹ ਜੂਨ 1984 ਦੇ ਅੰਦਰ ਤਕਰੀਬਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਾਣੀ ਕਿ ਅੱਜ ਦੇ ਦਿਨ ਤੱਕ ਇਹ ਬਹੁਤ ਵੱਡਾ ਘੱਲੂਘਾਰਾ ਮੌਕੇ ਦੀ ਜ਼ਾਲਮ ਸਰਕਾਰ ਵੱਲੋਂ ਕੀਤਾ ਗਿਆ, ਕਿਉਂਕਿ ਸ਼ੁਰੂ ਤੋਂ ਲੈ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਉਂ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹ ਜੋਤੀ ਜੋਤ ਸਮਾ ਗਏ, ਸੱਚਖੰਡ ਚਲੇ ਗਏ। ਗੁਰਤਾ ਗੱਦੀ ਮਿਲਣ ਤੋਂ ਬਾਅਦ ਉਹਨਾਂ ਨੇ ਉਸੇ ਸਮੇਂ ਹੀ ਅਕਾਲ ਤਖਤ, ਅਕਾਲ ਗੰਗੇ ਦੀ ਰਚਨਾ ਰਚੀ ਕਿ ਇੱਕ ਪਾਸੇ ਉਹ ਦਿੱਲੀ ਦਾ ਤਖਤ ਹੈ, ਦੂਸਰੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁਖ ਉਸ ਅਕਾਲ ਦਾ ਤਖਤ ਰਚਿਆ ਗਿਆ, ਜਿੱਥੇ ਬੈਠ ਕੇ ਸਾਰੇ ਫੈਸਲੇ ਹੁੰਦੇ। ਅਕਾਲ ਤਖਤ ਕਹਿਣ ਤੋਂ ਭਾਵ ਉਸ ਅਕਾਲ ਪੁਰਖ ਪਰਮਾਤਮਾ ਦਾ ਤਖਤ। ਤੇ ਇੱਧਰੋਂ ਜਦੋਂ ਵੀ ਦਿੱਲੀ ਦਰਬਾਰ ਤੋਂ ਜੋ ਵੀ ਮੌਕੇ ਦੇ ਰਾਜੇ ਹੋਏ, ਉਹਨਾਂ ਨੇ ਆ ਸਮੁੱਚੀ ਮਨੁੱਖਤਾ ਨੂੰ ਤੰਗ ਕਰਨਾ ਸ਼ੁਰੂ ਕੀਤਾ, ਚਾਹੇ ਉਹ ਧਰਮ ਦੇ ਮਸਲੇ ਤੇ ਤੰਗ ਕਰਨਾ ਸ਼ੁਰੂ ਕੀਤਾ ਜਾਂ ਕੋਈ ਵੀ ਮਸਲਾ ਹੋਵੇ, ਜਾਂ ਰਾਜ ਭਾਗ ਦੇ ਨਸ਼ੇ ਦੇ ਅੰਦਰ ਆ ਕੇ ਇਹ ਪ੍ਰਜਾ ਨੂੰ ਤੰਗ ਕਰਨਾ ਚਾਹਿਆ, ਤਾਂ ਉਸ ਤਖਤ ਅਕਾਲ ਤੋਂ ਇਹਨਾਂ ਜ਼ੁਲਮਾਂ ਦਾ, ਇਹਨਾਂ ਜ਼ਾਲਮਾਂ ਦਾ ਵਿਰੋਧ ਹੁੰਦਾ ਰਿਹਾ। ਉਹ ਆਪਾਂ ਸਾਰੇ ਜਾਣਦੇ ਹਾਂ। ਜਿਸ ਤਰ੍ਹਾਂ ਔਰੰਗਜ਼ੇਬ ਨੇ ਬਹੁਤ ਸਾਰਾ ਤਹਈਆ ਕੀਤਾ ਕਿ ਮੈਂ ਇਹ ਸਾਰਾ ਜਿਹੜਾ ਭਾਰਤ ਹੈ ਇੱਥੇ ਮੁਸਲਮਾਨ ਧਰਮ ਪੈਦਾ ਕਰਨਾ, ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਨੇ ਇਸ ਜ਼ੁਲਮ ਦੇ ਵਿਰੁੱਧ ਆਪਣਾ ਬਹੁਤ ਵੱਡਾ ਸ਼ਹਾਦਤ ਦੇ ਕੇ ਉਹਨਾਂ ਦੇ ਧਰਮ ਦੀ ਰੱਖਿਆ ਕਰੀ। ਫੇਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਹੋਈ ਜ਼ੁਲਮ ਦੇ ਖਿਲਾਫ ਇਹਨਾਂ ਪ੍ਰਚਾਰ ਕੀਤਾ ਤੇ ਆਪਣੇ ਇਹ ਪਿੰਡੇ ਦੇ ਉੱਪਰ ਸਾਰਾ ਕੁਝ ਹੰਢਾਇਆ। ਜਦੋਂ ਆਪਾਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਬਰਾਗੀ ਹੋ ਜਾਂਦੇ ਆ ਜੀਵ ਕਿ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀ ਜ਼ਿੰਦਗੀ ਸੰਘਰਸ਼ ਕਰਿਆ, ਤੇ ਉਹਨਾਂ ਨੇ ਫਿਰ ਇੱਕ ਫੌਜ ਤਿਆਰ ਕੀਤੀ 1699 ਦੀ ਵਿਸਾਖੀ ਨੂੰ, ਤੇ ਇਹ ਬਚਨ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਕਰੇ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਆਪਾਂ ਉਦੋਂ ਬਾਅਦ ਦੇਖਦੇ ਹਾਂ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਪਰ ਉਹ ਸਾਡਾ ਰੂਹਾਨੀਅਤ ਦੀ ਪਾਵਰ ਤੇ ਜੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ ਸਥਾਨ, ਉਹਦੇ ਵੱਲ ਜਿਹੜੇ ਇਨਸਾਨ ਨੇ ਵੀ ਗਹਿਰੀ ਅੱਖ ਕਰੀ, ਉਹ ਇਤਿਹਾਸ ਜਦੋਂ ਆਪਾਂ ਪੜ੍ਹਦੇ ਹਾਂ ਪਤਾ ਲੱਗਦਾ ਤਕਰੀਬਨ 153 ਦਿਨ ਦੇ ਅੰਦਰ ਉਹ ਇਸ ਜਹਾਨ ਤੋਂ ਨਰਕਗਾਮੀ ਹੋਏ ਜ਼ਾਲਮ ਲੋਕ। ਉਹਦੇ ਅੰਦਰ ਚਾਹੇ ਆਪਾਂ ਮੱਥੇ ਰੰਗੜ ਹੋਣਾ ਦਾ ਇਤਿਹਾਸ ਪੜ੍ਹ ਲਓ, ਜਿਹਨੇ ਉਸ ਪਵਿੱਤਰ ਸਥਾਨ ਦੇ ਉੱਪਰ ਆਪਣੀ ਹਕੂਮਤ ਦੇ ਨਸ਼ੇ ਦੇ ਅੰਦਰ, ਜਿੱਥੇ ਹਰੇਕ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ 4 ਵਰਨਾਂ ਕੋ ਸਾਂਝਾ, ਜਿੱਥੇ ਕਿਸੇ ਵੀ ਧਰਮ ਦਾ ਜੀਵ 4 ਦਰਵਾਜ਼ੇ ਰੱਖੇ ਗਏ, ਮੁਸਲਮਾਨ ਸਾਈਂ ਮੀਆਂ ਮੀਰ ਤੋਂ ਨਹੀਂ ਰਖਵਾਈ ਗਈ, ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਦੇਣ ਵਾਸਤੇ, ਸ਼ਾਂਤੀ ਦੇਣ ਵਾਸਤੇ, ਤੇ ਉਹਨਾਂ ਦੇ ਮਨ ਦੇ ਅੰਦਰ ਵੀ ਇਹੋ ਭਰਮ ਪਿਆ ਕਿ ਇਹ ਜਿਹੜੇ ਸਿੱਖ ਨੇ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਕੀ ਫੌਜ ਕਿਹਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਿਨ੍ਹਾਂ ਨੂੰ ਖਤਮ ਕਰਨ ਦੇ ਬੜੇ ਯਤਨ ਕੀਤੇ ਗਏ, ਤੇ ਉਹਨਾਂ ਦੇ ਮਨ ਦੇ ਅੰਦਰ ਵੀ ਇਹੋ ਭਰਮ ਹੋ ਗਿਆ। ਜਦੋਂ ਉਹਨਾਂ ਨੇ ਆਪਦੇ ਸਲਾਹਕਾਰਾਂ ਨੂੰ ਪੁੱਛਿਆ ਕਿ ਇਹ ਕੌਮ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ,
ਤੇ ਉਹਨਾਂ ਨੇ ਫਿਰ ਇਹ ਸਲਾਹਕਾਰ ਜਿਹੜੇ ਬੰਦੇ ਹੁੰਦੇ ਦੱਸਦੇ ਕਿ ਇਹਨਾਂ ਦਾ ਇੱਕ ਸਥਾਨ ਹੈ ਸ੍ਰੀ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ। ਉੱਥੋਂ ਇਹਨਾਂ ਲੋਕਾਂ ਨੂੰ ਸ਼ਕਤੀ ਮਿਲਦੀ ਹੈ। ਉਹ ਫਿਰ ਆਪਣੇ ਰਾਜ ਭਾਗ ਹਕੂਮਤ ਦੇ ਨਸ਼ੇ ਦੇ ਅੰਦਰ ਆ ਕੇ ਮਨ ਦੇ ਅੰਦਰ ਉਹ ਵਿਉਂਤਾਂ ਬਣਾਉਂਦੇ ਕਿ ਕਿਉਂ ਨਾ ਇਸ ਸਥਾਨ ਤੇ ਕਬਜ਼ਾ ਕੀਤਾ ਜਾਵੇ, ਤਾਂ ਕਿ ਇਹਨਾਂ ਨੂੰ ਸ਼ਕਤੀ ਨਾ ਮਿਲੇ ਤੇ ਇਹਨਾਂ ਦਾ ਖਾਤਮਾ ਕਰ ਦਈਏ ਸੀ। ਪਰ ਉਹਨਾਂ ਨੂੰ ਇਸ ਗਹਿਰੀ ਗੱਲ ਦਾ ਭੇਦ ਨਹੀਂ ਸੀ ਕਿ ਸ਼ਕਤੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਗੁਰੂ ਨਾਨਕ ਦੇ ਘਰ ਨੇ, 10 ਗੁਰੂਆਂ ਨੇ ਸਾਨੂੰ ਇੱਕ ਸਿਧਾਂਤ ਦਿੱਤਾ ਕਿ ਜਿਹੜਾ ਇਨਸਾਨ ਉਸ ਪਰਮਾਤਮਾ ਦੀ ਭਗਤੀ ਮਨ ਲਾ ਕੇ ਕਰਦਾ ਉਹਦੇ ਅੰਦਰ ਸ਼ਕਤੀ ਪੈਦਾ ਹੁੰਦੀ ਹੈ। ਸ਼ਕਤੀ ਵੀ ਕਿਹੜੀ ਪੈਦਾ ਹੁੰਦੀ ਆ? ਉਹ ਉਸ ਨਿਰਭਉ ਪਰਮਾਤਮਾ ਨੂੰ ਜਪ ਕੇ ਭੈ ਤੋਂ ਰਹਿਤ ਹੋ ਜਾਂਦੇ ਆ। ਨਿਰਭਉ ਜਪੈ ਸਗਲ ਭੈ ਮਿਟੈ। ਉਹਨਾਂ ਦਾ ਤੇਜ ਵੱਧਦਾ, ਤਪ ਤਾਪਨ ਤੇ ਤਪ ਤੇਜ ਵਧੈ। ਉਹਨਾਂ ਨੂੰ ਇੱਕ ਅੰਮ੍ਰਿਤ ਬੂੰਦ ਮਿਲਦੀ ਆ। ਜਿਉਂ-ਜਿਉਂ ਇਨਸਾਨ ਭਗਤੀ ਕਰਦੇ ਆ, ਗੁਰਬਾਣੀ ਦੇ ਅੰਦਰ ਆਪਾਂ ਨੂੰ ਗਿਆਨ ਦਿੱਤਾ ਕਿ ਬਹੁਤ ਸਾਰੀ ਬੰਦਗੀ ਕਰਨ ਦੇ ਨਾਲ ਹਰੇਕ ਇਨਸਾਨ ਨੂੰ ਆਪਣੇ ਅੰਦਰੋਂ ਜੋ ਅੰਮ੍ਰਿਤ ਦਾ ਖੂਹ ਆ ਉਹਦੀ ਜਦੋਂ ਜੀਵ ਨੂੰ ਪ੍ਰਾਪਤੀ ਹੋ ਜਾਂਦੀ ਆ ਤੇ ਉਹ ਮੌਤ ਦੇ ਭੈ ਤੋਂ ਉੱਪਰ ਉੱਠ ਖੜਦੇ ਆ ਲੋਕ। ਪਰ ਉਹ ਇਹ ਬਾਹਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਕਬਜ਼ਾ ਕਰਕੇ ਆਪਣੇ ਹਕੂਮਤ ਦੇ ਨਸ਼ੇ ਦੇ ਅੰਦਰ ਦੂਸਰਾ ਉਹ ਮਾਲਿਕ ਨੇ ਖੇਡ ਵਰਤਾਉਣਾ ਹੁੰਦਾ, ਜਿੱਥੇ ਸਾਨੂੰ ਬਹੁਤ ਸਾਰਾ ਗੁਰਬਾਣੀ ਦੇ ਅੰਦਰ ਰੂਹਾਨੀਅਤ ਦੀ ਪਾਵਰ ਦੱਸੀ ਗਈ ਆ, ਉਸ ਪਰਮਾਤਮਾ ਦੀ ਸ਼ਕਤੀ ਦਾ, ਜਿਹਨੂੰ ਆਪਾਂ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹਾਂ, ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੋਟ ਲੱਖ ਹੈ। ਕਿ ਜੇ ਉਹ ਪਰਮਾਤਮਾ ਕਿਸੇ ਨਿੱਕੀ ਜੀ ਕੀੜੀ ਦੇ ਅੰਦਰ ਆਪਣੀ ਜਿਹੜੀ ਸਤਾ ਹੈ ਉਹ ਕਲਾ ਭਰ ਦੇਵੇ, ਉਹ ਫੌਜਾਂ ਦੇ ਫੌਜ ਲਸ਼ਕਰ ਤਬਾਹ ਕਰ ਸਕਦੀ ਹੈ। ਪਰ ਕਈ ਵਾਰ ਇਹ ਜਿਹੜੇ ਸਿਰਫ ਦੁਨੀਆ ਦੇ ਗਿਆਨਵਾਨ ਲੋਕ ਆ ਜਾਂ ਵਿਦਵਾਨ ਲੋਕ ਆ, ਪਰਮਾਤਮਾ ਦੀ ਭਗਤੀ ਤੋਂ ਦੂਰ ਰਹਿਣ ਵਾਲੇ ਲੋਕ ਆ, ਪਰਮੇਸ਼ਰ ਦੀ ਸ਼ਕਤੀ ਤੋਂ ਦੂਰ ਰਹਿਣ ਵਾਲੇ ਲੋਕ ਆ, ਉਹ ਫਿਰ ਇਹਨਾਂ ਗੱਲਾਂ ਨੂੰ ਵਿਸ਼ਵਾਸ ਨਹੀਂ ਕਰਦੇ। ਫਿਰ ਦ੍ਰਿਸ਼ਟਮਾਨ ਦੇ ਅੰਦਰ ਪਰਮਾਤਮਾ ਨੇ ਕੋਈ ਨਾ ਕੋਈ ਐਸੇ ਇਤਿਹਾਸ ਰਚਨੇ ਹੁੰਦੇ ਆ ਜਿਨ੍ਹਾਂ ਤੋਂ ਫਿਰ ਦੇਖ ਕੇ ਪੜ੍ਹ ਕੇ ਦ੍ਰਿਸ਼ਟਮਾਨ ਦੇ ਅੰਦਰ ਜਿਹੜੇ ਭੁੱਲੇ ਹੋਏ ਆਪਣੇ ਵਰਗੇ ਜੀਵ ਆ ਉਹਨਾਂ ਦੇ ਮਨ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ। ਹੁਣ ਇਹ ਹੁੰਦਾ ਰਿਹਾ, ਸਾਰਿਆਂ ਤੋਂ ਪਹਿਲਾਂ ਮੱਥੇ ਰੰਗੜ ਨੇ ਇਸ ਸਥਾਨ ਦੇ ਉੱਪਰ ਕਬਜ਼ਾ ਕਰਿਆ ਜਿੱਥੇ ਹਰੇਕ ਧਰਮ ਦੇ ਲੋਕ ਆ ਕੇ ਨਤਮਸਤਕ ਹੋ ਰਹੇ ਆ। ਅੱਜ ਆਪਾਂ ਜਦੋਂ ਵੀ ਦਰਬਾਰ ਸਾਹਿਬ ਜਾਂਦੇ ਆ, ਜਿੱਥੇ ਅਸੀਂ ਸਿੱਖ ਆਪਣੀ ਜਿਹੜੀ ਕੌਮ ਆ, ਜਿਹੜੇ ਇਹਨੂੰ ਬਿਲੋਂਗ ਕਰਦੇ ਆ, ਉਹਨਾਂ ਨੇ ਤਾਂ ਜਾਣਾ ਹੀ ਹੁੰਦਾ, ਤੇ ਬਾਕੀ ਵੀ ਸਾਰੇ ਧਰਮਾਂ ਦੇ ਲੋਕ ਸਾਰੀ ਦੁਨੀਆ ਦੇ ਵਿੱਚੋਂ ਨਤਮਸਤਕ ਹੋ ਕੇ ਆਪਣੇ ਮਨ ਦੀ ਸ਼ਾਂਤੀ ਪ੍ਰਾਪਤ ਕਰਦੇ ਆ। ਤੇ ਇਸ ਸਥਾਨ ਦੇ ਉੱਪਰ ਮੱਥੇ ਰੰਗੜ ਵਰਗਿਆਂ ਨੇ ਕਬਜ਼ੇ ਕਰੇ, ਐਸੀਆਂ ਘਿਨਾਉਣੀਆਂ ਹਰਕਤਾਂ ਕਰੀਆਂ ਜਿਨ੍ਹਾਂ ਨੂੰ ਵਰਣਨ ਕਰਨ ਲੱਗਿਆਂ ਦਾ ਵੀ ਆਪਣੀ ਰਸਨਾ ਕੰਬੜੀ ਸ਼ੁਰੂ ਹੋ ਜਾਂਦੀ ਹੈ। ਉੱਥੇ ਜਿੱਥੇ ਮਹਾਰਾਜ ਦਾ ਪ੍ਰਕਾਸ਼, ਉੱਥੇ ਬੈਠ ਕੇ ਪਲੰਗ ਦੇ ਉੱਪਰ ਹੁੱਕਾ ਪੀਣਾ, ਜਿੱਥੇ ਕਥਾ ਕੀਰਤਨ ਦਰਬਾਰ ਸਾਹਿਬ ਦੇ ਅੰਦਰ ਹੁੰਦਾ, ਉੱਥੇ ਬੇਸਵਾ ਆਦਿਕ ਦੇ ਨਾਚ ਕਰਾਉਣੇ। ਜਦੋਂ ਕੋਈ ਇਨਸਾਨ ਹਕੂਮਤ ਦੇ ਨਸ਼ੇ ਦੇ ਅੰਦਰ ਅੰਨਾ ਹੋ ਜਾਂਦਾ, ਫਿਰ ਉਸ ਮਾਲਕ ਵੱਲੋਂ ਕੋਈ ਨਾ ਕੋਈ ਐਸੀ ਵਿਧ ਬਣਾਈ ਜਾਂਦੀ ਕਿ ਉਹਨਾਂ ਦਾ ਫਿਰ ਨਸ਼ਾ ਟੁੱਟਦਾ ਹਕੂਮਤ ਦਾ। ਕਿਉਂਕਿ ਗੁਰਬਾਣੀ ਅੰਦਰ ਵੀ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਹਨ, ਰਾਜੰਗ ਤਾਂ ਮਾਨੰਗ ਅਭਮਾਨੰ ਤਾਂ ਹੀਣੰਗ। ਜਦੋਂ ਕਿਸੇ ਇਨਸਾਨ ਨੂੰ ਰਾਜ ਭਾਗ ਦਾ ਬਹੁਤ ਜ਼ਿਆਦਾ ਹੰਕਾਰ ਹੁੰਦਾ, ਰਾਜੰਗ ਤਾਂ ਮਾਨੰਗ, ਉਹ ਫਿਰ ਹੰਕਾਰ ਦੇ ਅੰਦਰ ਆਉਂਦਾ, ਅਭਮਾਨੰ ਤਾਂ ਹੀਣੰਗ। ਜਦੋਂ ਫਿਰ ਬਹੁਤ ਸਾਰਾ ਉਹ ਅਭਮਾਨ ਹੰਕਾਰੀ ਹੁੰਦਾ ਤਾਂ ਉਹਨੂੰ ਫਿਰ ਹੀਣਤਾ ਮਿਲਦੀ। ਐਸੇ ਘਿਨਾਉਣੇ ਕਰਮ ਮੱਥੇ ਰੰਗੜ ਵਾਰਿਆ ਨੇ ਕਰੇ। ਜਿੱਥੇ ਉੱਥੇ ਸੱਚਖੰਡ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੁੰਦਾ,
ਉੱਥੇ ਬੇਸਵਾ ਨਚਾਈਆਂ ਜਾਣ ਲੱਗੀਆਂ। ਭਾਈ ਬਲਾਕਾ ਸਿੰਘ ਨੇ ਜਾ ਕੇ ਬੀਕਾਨੇਰ ਦੀ ਧਰਤੀ ਦੇ ਉੱਪਰ ਬੇਨਤੀ ਕੀਤੀ ਸਿੰਘਾਂ ਨੂੰ, ਤੇ ਉੱਥੋਂ ਫਿਰ ਡਿਊਟੀ ਲੱਗੀ ਭਾਈ ਸੁੱਖਾ ਸਿੰਘ ਦੀ ਅਤੇ ਮਹਿਤਾਬ ਸਿੰਘ ਦੀ, ਜਿਨ੍ਹਾਂ ਨੇ ਸੱਚਖੰਡ ਦਰਬਾਰ ਸਾਹਿਬ ਪਹੁੰਚ ਕੇ ਨੰਬਰਦਾਰਾਂ ਦਾ ਭੇਸ ਧਾਰਨ ਕਰਕੇ ਮਾਮਲਾ ਭਰਨ ਦੀ ਵਿਧੀ ਬਣਾ ਕੇ ਮੱਥੇ ਰੰਗੜ ਦਾ ਇੱਥੋਂ ਸੀਸ ਵੱਢ ਕੇ ਨੇਜੇ ਤੇ ਟੰਗ ਕੇ ਬੀਕਾਨੇਰ ਬੁੱਢਾ ਜੋੜ ਜਾ ਕੇ ਜੰਡ ਦੇ ਉੱਪਰ ਟੰਗਿਆ। ਉਹਨੂੰ ਵੀ 153 ਦਿਨ ਤੋਂ ਵੱਧ ਇਸ ਸੰਸਾਰ ਦੇ ਉੱਪਰ ਜਿਉਣ ਦਾ ਸਮਾਂ ਨਹੀਂ ਮਿਲਿਆ ਮੱਥੇ ਰੰਗੜ ਨੂੰ, ਤੇ ਉਹ ਨਰਕਗਾਮੀ ਹੋਇਆ। ਉਸ ਤੋਂ ਬਾਅਦ ਜ਼ਹੀਆ ਖਾਨ ਵਰਗਿਆਂ ਨੇ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਪਰ ਆਪਣਾ ਅੱਖ ਕੌੜੀ ਕਰਕੇ, ਗਹਿਰੀ ਅੱਖ ਕਰਕੇ ਝਾਕਣ ਦੀ ਕੋਸ਼ਿਸ਼ ਕੀਤੀ, ਤਾਂ 153 ਦਿਨ ਤੋਂ ਉਹਨਾਂ ਦੇ ਵੀ ਨਹੀਂ ਟੱਪੇ। ਉਹਨਾਂ ਨੂੰ ਵੀ ਉਹਨਾਂ ਦੇ ਕੀਤੇ ਹੋਏ ਦੀ ਸਜ਼ਾ ਵਾਹਿਗੁਰੂ ਪਰਮਾਤਮਾ ਨੇ ਦਿੱਤੀ। ਫਿਰ ਜਹਾਨ ਖਾਨ ਵਰਗਿਆਂ ਨੇ ਇਸ ਸਥਾਨ ਦੇ ਨਾਲ ਟੱਕਰ ਲਾਈ। ਉਹਨਾਂ ਨੂੰ ਵੀ ਭਾਈ ਦਿਆਲ ਸਿੰਘ ਲਹਿੰਬਰ ਸਿੰਘ ਵਰਗਿਆਂ ਨੇ 153 ਦਿਨ ਨਹੀਂ ਟੱਪਣ ਦਿੱਤੇ, ਨਰਕਗਾਮੀ ਕਰਤੇ। ਉਸ ਤੋਂ ਬਾਅਦ ਅਬਦਾਲੀ ਵਰਗੇ, ਜਿਹਨੇ ਸਾਰੇ ਭਾਰਤ ਨੂੰ ਜਿੱਤਣ ਦਾ ਤਹਈਆ ਕਰਿਆ, ਜਿਹਦੇ ਮਗਰ ਕੋਈ ਨਹੀਂ ਟਿਕਿਆ, ਉਹਨੇ ਵੀ ਇਹ ਸਰੋਵਰ ਨੂੰ ਪੂਰਿਆ ਤੇ ਉਹ ਵੀ ਜੰਗ ਦੀ ਮਾਰ ਦੇ ਅੰਦਰ ਖਤਮ ਕਰਤਾ। 5 ਮਹੀਨੇ ਦਾ ਸਮਾਂ ਉਹਦਾ ਵੀ ਨਹੀਂ ਟੱਪਣ ਦਿੱਤਾ। ਬਿਆਸਾ ਦਰਿਆ ਨਹੀਂ ਟੱਪਣ ਦਿੱਤਾ ਸਿੰਘਾਂ ਨੇ। ਜਿਹੜੀ ਫੌਜ ਨੇ ਅਬਦਾਲੀ ਦੀ ਨੇ ਇਹ ਸਾਰਾ ਸਰੋਵਰ ਪੂਰਤਾ ਸੀ ਮਿੱਟੀ ਦੇ ਨਾਲ, ਕਿ ਇਹ ਸਰੋਵਰ ਹੀ ਬੰਦ ਕਰ ਦਿਓ, ਨਾ ਇੱਥੇ ਅੰਮ੍ਰਿਤ ਜਲ ਰਵੇ ਤੇ ਨਾ ਇਹਨਾਂ ਨੂੰ ਸ਼ਕਤੀ ਮਿਲੇ। ਉਸੇ ਫੌਜ ਨੂੰ ਘੇਰ ਕੇ ਉਸੇ ਫੌਜ ਤੋਂ ਦੁਬਾਰਾ ਮਿੱਟੀ ਕਢਵਾਈ, ਤੇ 5ਵੀਂ ਵਾਰ ਫਿਰ ਥੋੜਾ ਜਿਹਾ ਦਿਮਾਗ ਟੇਢਾ ਹੋਇਆ। ਮੌਕੇ ਦੀ ਜਿਹੜੀ ਪ੍ਰਧਾਨ ਮੰਤਰੀ ਸੀ 84 ਚ ਇੰਦਰਾ ਗਾਂਧੀ, ਉਹਦੇ ਮਨ ਦੇ ਅੰਦਰ ਇਹ ਭਰਮ ਪੈਦਾ ਹੋ ਗਿਆ ਕਿ ਆ ਜੋ ਪੰਜਾਬ ਦੇ ਅੰਦਰ ਆਪਣੇ ਹੱਕਾਂ ਦੇ ਵਾਸਤੇ, ਆਪਣੇ ਜੋ ਬਣਦੇ ਹੱਕ ਆ, ਸੱਚ ਦੀ ਆਵਾਜ਼ ਉੱਠਣੀ ਸ਼ੁਰੂ ਹੋਈ। ਤੇ ਉਹਨਾਂ ਨੇ ਯਤਨ ਕੀਤਾ ਬਹੁਤ ਵੱਡਾ ਕਿ ਇਸ 1 ਜੂਨ ਤੋਂ ਲੈ ਕੇ 6 ਜੂਨ ਤੱਕ, ਹਾਲਾਂਕਿ ਬਹੁਤੀ ਵੱਡੀ ਗੱਲ ਨਹੀਂ ਸੀ, ਜੇ ਚਾਹੁੰਦੇ ਤਾਂ ਇਹ ਮਸਲਾ ਬੜੇ ਪਿਆਰ ਦੇ ਨਾਲ ਸਮਝਾ ਕੇ ਹੱਲ ਹੋ ਜਾਂਦਾ, ਪਰ ਉਸ ਮਾਲਿਕ ਦੀ ਖੇਡ ਪਤਾ ਨਹੀਂ, ਉਹ ਵਾਹਿਗੁਰੂ ਜਾਣੇ। ਆਪਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੋ ਦੁਨੀਆ ਦਾ ਪਵਿੱਤਰ ਸਥਾਨ ਮੰਨਿਆ ਜਾਂਦਾ, ਉਹ ਵੇਖ ਲਓ। ਆਪਾਂ ਸੱਚਖੰਡ ਦਰਬਾਰ ਸਾਹਿਬ ਦੇ ਉੱਪਰ ਕਿੰਨਾ ਖੂਨ ਖਰਾਬਾ ਹੋ ਗਿਆ। 5 ਤਾਂ ਵੱਡੇ ਹਮਲੇ ਹੋਏ, ਤੇ ਕੋਲੀ ਥੋੜੀ ਜਿਹੀ ਬਾੜ ਤੇ ਜਲਿਆਂਵਾਲਾ ਬਾਗ ਆ, ਜਿੱਥੇ 1919 ਦੀ ਵਿਸਾਖੀ ਨੂੰ ਬਹੁਤ ਵੱਡਾ ਉੱਥੇ ਕਤਲੇਆਮ ਕੀਤਾ ਗਿਆ ਅੰਗਰੇਜ਼ ਹਕੂਮਤ ਵੱਲੋਂ। ਪਰ ਉਸ ਵਾਹਿਗੁਰੂ ਦੀ ਖੇਡ ਵੇਖੋ, ਤੇ ਉਹ ਵੀ 21 ਸਾਲ ਬਾਅਦ ਜਾ ਕੇ ਲੰਡਨ ਦੀ ਧਰਤੀ ਦੇ ਉੱਪਰ ਊਧਮ ਸਿੰਘ ਵਰਗਿਆਂ ਨੇ ਉਹਨਾਂ ਦੀ ਭਰੀ ਕਚਹਿਰੀ ਦੇ ਅੰਦਰ, ਜਿੱਥੇ ਮੀਟਿੰਗ ਹੋਣੀ ਸੀ, ਉਹਨਾਂ ਦੇ ਗੋਲੀਆਂ ਮਾਰ ਕੇ ਬਦਲਾ ਲਿਆ। ਜੇ ਇਹਨਾਂ ਲੋਕਾਂ ਦੇ, ਸਰਕਾਰਾਂ ਦੇ ਮਨਾਂ ਦੇ ਅੰਦਰ ਇਹ ਭਰਮ ਪੈਦਾ ਹੁੰਦੇ ਆ, ਆਪਣੇ ਹਕੂਮਤ ਦੇ ਨਸ਼ੇ ਦੇ ਅੰਦਰ ਆ ਕੇ ਇਹ ਇਸ ਪਵਿੱਤਰ ਸਥਾਨ ਦੇ ਨਾਲ ਟੱਕਰ ਲੈਂਦੇ ਆ, ਫਿਰ ਇੰਦਰਾ ਗਾਂਧੀ ਦੇ ਮਨ ਦੇ ਅੰਦਰ ਇਹ ਭਰਮ ਪੈ ਗਿਆ ਕਿ ਕਿਉਂ ਨਾ ਇਸ ਸਥਾਨ ਨੂੰ ਨਸਤੋ ਨਬੂਦ ਕੀਤਾ ਜਾਵੇ, ਖਤਮ ਕੀਤਾ ਜਾਵੇ। ਉਹ ਵੀ ਆਪਾਂ ਫਿਰ ਸਾਰੇ ਹੁਣ ਇੰਨਾ ਕੁ ਜਾਣਦੇ ਹਾਂ। ਕੁਲਦੀਪ ਬਰਾੜ ਵਰਗੇ ਜਿਹੜੇ ਜਰਨਲ ਆ, ਉਹਨਾਂ ਦੇ ਮਨ ਦੇ ਅੰਦਰ ਉਹਦੀ ਇੱਕ ਲਿਖਤ ਆ, ਉਹਨੇ ਕਹਿੰਦਾ ਸੰਤ ਜਰਨੈਲ ਸਿੰਘ ਜਿਹੜੇ ਪਿੰਡਰਾਂ ਵਾਲੇ ਮੁਖੀ ਸੀ ਇਸ ਲਹਿਰ ਦੇ, ਉਹਦੇ ਅੰਦਰ ਕਹਿੰਦੇ ਇੱਕ ਬਹੁਤ ਵੱਡੀ ਅਸੀਂ ਕਮੀ ਵੇਖੀ। ਤੇ ਕਮੀ ਉਹਨੇ ਕੀ ਦੱਸੀ? ਕਹਿੰਦੇ ਜੀ ਉਹ ਲਾਲਚੀ ਨਹੀਂ ਸੀ। ਦੇਖੋ, ਜਦੋਂ ਕਿਸੇ ਵਿਰੋਧੀ ਬੰਦੇ ਨੂੰ ਵੀ ਜਿਹੜਾ ਸਾਡੇ ਨਾਲ ਟੱਕਰ ਲੈ ਰਿਹਾ ਉਹਨੂੰ ਸਿਫਤ ਕਰਨੀ ਪਵੇ, ਤਾਂ ਸਮਝ ਲਓ ਉਸ ਇਨਸਾਨ ਦੇ ਉੱਪਰ ਜਿਨ੍ਹਾਂ ਦੀ ਸਿਫਤ ਵਿਰੋਧੀ ਕਰ ਰਹੇ ਹੋਣ, ਉਹਦੇ ਤੇ ਕੋਈ ਨਾ ਕੋਈ ਪ੍ਰਮਾਤਮਾ ਦੀ ਦਇਆ ਹੈ, ਮਿਹਰ ਹੈ, ਕਿਉਂਕਿ ਬੜੇ ਲਾਲਚ ਦਿੱਤੇ ਗਏ। ਸੰਤ ਸ੍ਰੀਮਾਨ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਕਈ ਕਰੋੜ ਰੁਪਈਏ ਦੀ ਪੇਸ਼ਕਸ਼ ਹੋਈ
ਇੱਥੋਂ ਤੱਕ ਕਿ ਦੁਨੀਆ ਦਾ ਕੋਈ ਵੀ ਦੇਸ਼ ਤੁਸੀਂ ਪਸੰਦ ਕਰ ਲਓ, ਤੁਹਾਡੇ ਸਮੇਤ ਸਿੰਘਾਂ ਦੇ ਤੁਹਾਨੂੰ ਉੱਥੇ ਸਿਟੀਜ਼ਨ ਦਵਾ ਦਿੱਤੀ ਜਾਵੇਗੀ। ਪਰ ਇੱਕ ਵਾਰ ਤੁਸੀਂ ਇੱਥੋਂ ਦਰਬਾਰ ਸਾਹਿਬ ਦੇ ਅੰਦਰੋਂ ਬਾਹਰ ਆਓ। ਹੁਣ ਪਤਾ ਉਹਨਾਂ ਨੂੰ ਵੀ ਹੈ ਕਿ ਜਿਹੜੇ ਭਗਤੀ ਕਰਨ ਵਾਲੇ ਲੋਕ ਆ, ਉਹ ਜਿਹੜੀ ਦੁਸ਼ਮਣ ਦੀ ਚਾਲ ਇੱਕ ਤਾਂ ਦ੍ਰਿਸ਼ਟਮਾਨ 'ਚ ਹੁੰਦੀ ਹੈ, ਇੱਕ ਉਹਨਾਂ ਦੇ ਮਨ ਦੇ ਅੰਦਰ ਚੱਲ ਰਹੀਆਂ ਹੁੰਦੀਆਂ ਚਾਲਾਂ, ਉਹ ਭਗਤੀ ਦੀ ਸ਼ਕਤੀ ਨਾਲ ਆਪਣੇ ਆਤਮ ਬਲ ਨਾਲ ਤੇ ਇਹ ਸਾਰਾ ਕੁਝ ਜਾਣ ਲੈਂਦੇ ਆ ਕਿ ਜੇ ਅਸੀਂ ਇਹਨਾਂ ਦੇ ਲਾਲਚ ਦੇ ਅੰਦਰ ਆ ਕੇ ਗਿਰਫਤਾਰੀ ਦੇ ਦਿੰਦੇ ਆ ਜਾਂ ਹੱਥ ਖੜੇ ਕਰਕੇ ਅਸੀਂ ਬਾਹਰ ਆ ਜਾਣੇ ਆ, ਇਨਾਮ ਤਾਂ ਸਾਨੂੰ ਸ਼ਰਤਾਂ ਤਾਂ ਕੀ ਪੂਰੀਆਂ ਹੋਣੀਆਂ, ਚਲੋ ਕਰ ਵੀ ਦੇਣ, ਇੰਨਾ ਬਦਨਾਮ ਕਰ ਦੇਣਗੇ ਸੰਸਾਰ ਦੇ ਅੰਦਰ ਸਾਡੀ ਇੱਜ਼ਤ ਨਹੀਂ ਰਹਿਣੀ। ਕਿਉਂਕਿ ਸ਼ਾਇਦ ਬਹੁਤ ਜੀਵ ਇਸ ਗੱਲ ਨੂੰ ਭੁੱਲ ਗਏ ਹੋਣ। ਇੱਕ ਫਿਰ ਮਈ ਮਹੀਨੇ ਦੇ ਅੰਦਰ 1988 'ਚ ਬਲੈਕ ਥੰਡਰ ਆਪਰੇਸ਼ਨ ਹੋਇਆ ਸੀ ਛੋਟਾ ਜਿਹਾ। 84 ਤੋਂ ਬਾਅਦ ਜਿਹੜਾ ਜਰਨਲ ਜੀ ਆਪਣਾ DGP ਅਰੋੜਾ ਮੁਖੀ ਸੀ ਜਿਹਦਾ, ਤੇ ਸਰਕਾਰ ਸੀ ਉਦੋਂ ਬਰਨਾਲੇ ਦੀ, ਤੇ ਉੱਥੇ ਤਕਰੀਬਨ ਜਿਹੜੇ ਅੰਦਰ ਸਿੰਘ ਸੀ ਉਹ ਬਹੁਤ ਸਾਰੇ ਤਾਂ ਜਿਹੜੇ ਤਾਂ ਲੜਨ ਮਰਨ ਵਾਲੇ ਸੀ, ਸੱਚੇ ਸਿੰਘ ਸੀ, ਉਹਨਾਂ ਨੂੰ ਤਾਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਪਰ 46 ਬੰਦੇ ਜਿਹੜੇ ਉੱਥੋਂ ਬਾਹਾਂ ਖੜੀਆਂ ਕਰਕੇ ਬਾਹਰ ਆਏ, ਉਹ ਇਹਨਾਂ ਦੇ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਵਾੜੇ ਹੋਏ ਸੀ। ਉਹਨਾਂ 46 ਬੰਦਿਆਂ ਤੇ ਕੋਈ ਵੀ ਕੇਸ ਨਹੀਂ ਦਰਜ ਕੀਤਾ ਗਿਆ। ਇੱਥੋਂ ਹੁਣ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੀਆਂ ਸਰਕਾਰਾਂ ਹੁਣ ਮੌਕੇ ਦੀਆਂ, ਉਹਨਾਂ ਕੋਲੇ ਤਾਕਤ ਹੁੰਦੀ ਆ ਕਿਸੇ ਵੀ ਲਹਿਰ ਨੂੰ ਆਪਣੀ ਸ਼ਕਤੀ ਦੇ ਨਾਲ ਬਦਨਾਮ ਕਰਨ ਦੀ। ਜਿਵੇਂ ਅੱਜ ਵੀ ਆਪਾਂ ਦੇਖ ਰਹੇ ਹਾਂ ਸੰਘਰਸ਼ ਚੱਲ ਰਿਹਾ, ਕਿਸਾਨ ਮਜ਼ਦੂਰ ਸਾਰੀ ਦੁਨੀਆ ਦੇ ਅੰਦਰ ਆਪਣੇ ਹੱਕਾਂ ਵਾਸਤੇ, ਇਸ ਨੂੰ ਬਦਨਾਮ ਕਰਨ ਵਾਸਤੇ ਵੀ ਬੜੇ ਸਾਧਨ ਨੇ। ਸਰਕਾਰਾਂ ਕੋਲੇ ਤਾਕਤਾਂ ਨੇ, ਏਜੰਸੀਆਂ ਨੇ, ਜਿਹੜੀਆਂ ਕਿਸੇ ਵੀ ਆਪਣੇ ਸੰਘਰਸ਼ ਨੂੰ ਫੇਲ ਕਰਨ ਵਾਸਤੇ ਵਰਤ ਲੈਂਦੀਆਂ। ਉਹਨਾਂ ਲੀਡਰਾਂ ਦੀ ਬਦਨਾਮੀ ਕਰ ਦਿੰਦੀਆਂ ਤੇ ਜਿਹੜੇ ਵਿਚਾਰੇ ਆਮ ਲੋਕ ਆ ਉਹਨਾਂ ਦੇ ਨਾਲੋਂ ਟੁੱਟ ਜਾਂਦੇ ਆ ਤੇ ਫਿਰ ਇਹ ਸੰਘਰਸ਼ ਖੇਰੂ ਹੋ ਜਾਂਦੇ ਆ। ਐਸਾ ਹੀ ਯਤਨ 1984 ਦੇ ਵੇਲੇ ਉਹਨਾਂ ਨੇ ਕੀਤਾ ਕਿ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਥਨੀ ਤੇ ਕਰਨੀ ਦੇ ਜਿਹੜੇ ਪੂਰਨ ਆਪਣੇ ਗੁਰਮੁਖ ਹੋਏ ਕਿ ਉਹਨਾਂ ਨੂੰ ਬਹੁਤ ਸਾਰੀ ਪੇਸ਼ਕਸ਼ ਕੀਤੀ ਗਈ ਤੇ ਬਹੁਤ ਸਾਰੇ ਡਾਲਰ ਦੇਣ ਦੀ ਕੋਸ਼ਿਸ਼ ਕੀਤੀ ਗਈ, ਪੈਸਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੂੰ ਇਹ ਵੀ ਉਹਨਾਂ ਦੇ ਨਾਲ ਸੁਨੇਹਾ ਭੇਜਿਆ ਗਿਆ ਕਿ ਤੁਸੀਂ ਸਮੇਤ ਆਪਣੇ ਸਾਥੀ ਦੁਨੀਆ ਦੇ ਜਿਹੜਾ ਵੀ ਤੁਹਾਨੂੰ ਅੱਛਾ ਦੇਸ਼ ਲੱਗਦਾ, ਕੈਨੇਡਾ, ਅਮਰੀਕਾ, ਇੰਗਲੈਂਡ, ਜਿੱਥੇ ਵੀ ਜਾਣਾ ਚਾਹੁੰਦੇ ਹੋ, ਸਮੇਤ ਪਰਿਵਾਰਾਂ ਦੇ ਤੁਹਾਨੂੰ ਉੱਥੇ ਸੈਟਿੰਗ ਕਰ ਦਿੱਤਾ ਜਾਊਗਾ। ਤੁਹਾਨੂੰ ਤੱਤੀ ਬਾਉ ਨਹੀਂ ਲੱਗਦੀ। ਪਰ ਜੇ ਇਹ ਹੁੰਦਾ ਤਾਂ ਉਹ ਫਿਰ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਪ੍ਰਗਟਿਓ ਖਾਲਸਾ ਪਰਮਾਤਮ ਕੀ ਬੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਜਿਉ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਤੋ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜੇ ਉਹ ਇੱਕ ਵਾਰ ਗੁਰਮੁਖ ਪਿਆਰੇ ਆਪਣੀ ਪ੍ਰਤੀਤ ਗਵਾ ਲੈਂਦੇ, ਸੰਸਾਰ ਦੇ ਅੰਦਰ ਵੀ ਪ੍ਰਤੀਤ ਨਹੀਂ ਰਹਿਣੀ ਸੀ ਤੇ ਉਸ ਮਾਲਕ ਅਕਾਲ ਪੁਰਖ ਦੇ ਦਰਬਾਰ ਦੇ ਅੰਦਰ ਵੀ ਪ੍ਰਤੀਤ ਨਹੀਂ ਸੀ ਰਹਿਣੀ। ਉਹਨਾਂ ਨੇ ਆਪਣੇ ਜੋ ਉਹਨਾਂ ਦਾ ਕੀਤਾ ਹੋਇਆ ਫੈਸਲਾ, ਜੋ ਉਹ ਪਹਿਲਾਂ ਤੋਂ ਇਹ ਆਪਦੇ ਬਚਨਾਂ ਦੁਆਰਾ ਕਹਿੰਦੇ ਰਹੇ ਕਿ ਜੇ ਸੱਚਖੰਡ ਦਰਬਾਰ ਸਾਹਿਬ ਦੇ ਉੱਪਰ ਇਹ ਭਾਰਤ ਦੀ ਸਰਕਾਰ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿਆਂਗੇ। ਇਹ ਸਾਡੇ ਮ੍ਰਿਤਕ ਸਰੀਰ ਨੂੰ ਤਾਂ ਚੁੱਕ ਸਕਦੇ ਆ, ਪਰ ਜਿਉਂਦੇ ਜਿਉਂਦੇ ਸਾਨੂੰ ਫੜ ਨਹੀਂ ਸਕਦੇ। ਤੇ ਇਹ ਵੀ ਬਚਨ ਕਰਦੇ ਰਹੇ ਕਿਉਂਕਿ ਇੱਕ ਦਲਵੀਰ ਸਿੰਘ ਉਹਨਾਂ ਦੇ ਨਾਲ ਰਿਹਾ, ਉਹਨੇ ਆਪਦੀ ਇੱਕ ਪੁਸਤਕ ਲਿਖੀ। ਉਹ ਕਹਿੰਦੇ ਜਦੋਂ ਇੱਥੇ ਫੌਜ ਦਾ ਘੇਰਾ ਪੈਣ ਲੱਗਿਆ, ਸਾਡੀ ਵਿਚਾਰ ਹੋਈ ਸੰਤਾਂ ਦੇ ਨਾਲ। ਕਹਿੰਦੇ ਅਸੀਂ ਆਖਿਆ ਜੀ ਆਉਣ ਵਾਲਾ ਸਮਾਂ ਕਿਹੋ ਜਿਹਾ ਦਿਸ ਰਿਹਾ। ਉਹਨਾਂ ਨੇ ਸਹਿ ਸੁਭਾਅ ਬਚਨ ਕਰਤੇ ਕਿ ਸਿੰਘੋ ਸਮਾਂ ਤਾਂ ਐਸਾ ਹੈ
कि जिवें चमकौर की गढ़ी के अंदर धन श्री गुरु गोबिंद सिंह महाराज नूं बहुत बड़ा घेरा पिया सी, अपने ते भी समा उहो जिहा ही आवेगा। ते एक गल ये याद रख लैन, जे इन्हां ने इत्थे हमला कीता केरां तां इन्हां नूं दिने तारे विखाउण दा आपां यतन करांगे। कहंदा मैं संतां नूं बेनती कीती कि जी एडा वड्डा काम नहीं कर सकदी। मौके की जिहड़ी प्रधान मंत्री है वो थोड़ी बहुत सियाणी भी है, जे एक बार उहने ये गलती कर ली वो दुनिया ते नहीं रहेगी, राज भाग नहीं रहेगा। वो कहंदे गुरमुखा तेरे सामने ही हो जाना, समा शायद इहो जिहा बने जो तू गल कर रहे हैं तेरी भी सच्ची होवे, तो जो असी बोल रहे हैं साडी भी सच्ची होवे। फिर दोने गल्लां ही सच्चियां होईयां, हमला भी होया, बहुत तकड़ा मुकाबला भी किया गया। आपां सारे जानते हैं कि एडी वड्डी भारत की सेना के सामने थोड़े जे बंदियां वल्लों तकरीबन 150-200 की गिनती दस रहे आ जुझारू गुरमुखां दी। बाकी तो बेचारी जिहड़ी संगत ही गई सी तीसरे अपने पंचम पातशाह गुरु अर्जन देव साहब जी महाराज, उन्हां दे शहीदी पुरब दे अंदर वो बहुत सारी संगत का ही नुकसान कर दिता गया। जिन्हों वेख के जदों आपां अज सोशल मीडिया के उपर खबरां पढ़ते हैं, क्योंकि साधन बन गया कि किसी मरी हुई बच्चे मां का दुध चुंग रहा सी बच्चा 1.5-2 महीने का, जालमा ने सिर ते गोली मारती। किसी छोटे जे बच्चे नूं लत्त ते लत्त धर के विचालों पाड़ के सुट्टता। जानी जो इन्हां तो होया इन्हां ने फिर कीता। इस कीते दी सजा वो गुरमुख प्यारे तां कलगीधर पातशाह दे ओ बचनां ते पहरा दिंदे होए अपने सचखंड विराजमान हो गए। देह शिवा बर मोह यह शुभ कर्मन ते कबहू ना डरो, ना डरो अर सो जब जाए डरो, निश्चय कर अपनी जीत करो अर सिखो अपने ही मन को, ये लालच हो गुण तो उचरो, जब आप की औध निधान बने अत ही रण में तब जूझ मरो। कि जदों सारे हीले वसीले खत्म हो जाते हैं उदों कलगीधर पातशाह दे ये सानू बचन ने कि उदों गुरमुखां नूं मैदाने जंग दे अंदर जूझ के शहीदी दे देनी चाहिए है। वो तो आपदी करके गुरु पातशाह दे बचन ते बड़ी चढ़दी कला दे नाल गगनत मामा बाजियो परियो नसाने घाओ, खेत जो मांडियो सूरमा अब जूझन को दाओ, सूरा सो पहचानिए जो लरे दीन के हेत, पुरजा पुरजा कट मरे कबू न छड्डे खेत। उन्होंने बहुत तकड़े मुकाबले करके समेत परिवार छोटियां छोटियां बच्चियां, एक भाई मोहर सिंह दसिया जिहदी पत्नी प्रीतम कौर दसिया, उन्हां दियां 2 छोटियां छोटियां बच्चियां सी जिन्हां दे नाम सतनाम कौर ते वाहिगुरू कौर। उन्होंने जदों ये हालात देखे अकाल तख्त साहिब वल नूं टैंक जांदा देखिया, अपनियां बच्चियां दे नाल भी बंब सुट के टैंकां दे मूहरे सट दिते गए। किड्डी वड्डी शहादत आ, किड्डा वड्डा गुरु दे नाल प्यार आ, सारे दे सारे परिवार उत्थे खत्म कर दिते गए। ऐसियां भी बीबियां दियां आपां कहानियां पढ़दे हैं कि जदों वो पानी मंगदियां उन्हां दे मूँह च खून पा दिता जांदा। जानी कि ऐसा घिनौना तशद्दद किया गया जिहड़ा रसना तो बोलना भी औखा ते कन्ना तो सुनना भी औखा। पर जिन्हां ने वो विचारियां ने अखीं देखिया उन्हां नूं करोड़ां बार प्रणाम करना आपां नूं चाहीदा। पर उधर अकाल पुरख वाहिगुरू दी खेड वेखो जो शुरू तो चली आ रही उहदी कहानी है कि जिने जिने भी अख कौड़ी करके वेखिया गहरी अख दे नाल इस अकाल पुरख की फौज के नाल दुश्मनी बन्नण की कोशिश की, जां फिर सचखंड श्री हरमंदर साहब के उपर टेढ़ी नज़र के नाल झाकना कीता ते मौके की प्रधान मंत्री इंदिरा गांधी नूं भी 153 दिन तो वध इस संसार च जिउण का समा नहीं मिलिया। उन्हों भी भाई सतवंत सिंह, बेअंत सिंह, केर सिंह वर्गिया ने कैसी खेड बनाई परमात्मा ने। कोले रहन वालियां दे मनां दे अंदर ही ऐसा जज्बा पैदा करता,
ਉਹ ਵਿਚਾਰੇ ਆਪਣੀ ਸਾਰੀ ਜ਼ਿੰਦਗੀ ਦੇ ਸੁੱਖ ਛੱਡ ਕੇ ਕੋਈ ਫਾਂਸੀ ਤੇ ਲਟਕ ਗਿਆ, ਕੋਈ ਗੋਲੀ ਨਾਲ ਸ਼ਹੀਦ ਹੋ ਗਿਆ, ਕੋਈ ਜੇਲ੍ਹਾਂ ਦੇ ਅੰਦਰ ਬਹੁਤ ਸਾਰਾ ਦੁੱਖ ਭੋਗਿਆ। ਪਰ ਉਸ ਮਾਲਕ ਪ੍ਰਮਾਤਮਾ ਦੀ ਕਹਾਣੀ ਵੇਖੋ, ਕੁਦਰਤ ਵੇਖੋ, 153 ਦਿਨ ਉਹਦੇ ਵੀ ਨਹੀਂ ਟੱਪੇ। ਇਸ ਕਰਕੇ ਇਹ ਜਿਹੜੇ ਮਹਾਨ ਦਿਨ ਅੱਜ ਦੇ ਦਿਨ ਆਪਣੇ 6 ਜੂਨ ਨੂੰ, ਕਿਉਂਕਿ 5 ਜੂਨ ਦੀ ਰਾਤ ਨੂੰ ਬਹੁਤ ਭਾਰੀ ਹਮਲਾ ਕੀਤਾ ਗਿਆ। ਸਾਰੇ ਜਿਹੜੇ ਮੋਰਚੇ ਸੀ ਤਹਿਸ ਨਹਿਸ ਕਰ ਦਿੱਤੇ ਗਏ, ਟੈਂਕਾਂ ਦੇ ਨਾਲ ਹਮਲੇ ਕੀਤੇ ਗਏ। ਤੇ 6 ਤਰੀਕ ਵਾਲੇ ਦਿਨ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਤੇ ਜਿੰਨੇ ਉਹਨਾਂ ਦੇ ਨਾਲ ਦੇ ਨਜ਼ਦੀਕੀ ਸਿੰਘ ਸੀ, ਉਹ ਵੀ ਫਿਰ ਮੋਰਚਿਆਂ ਤੋਂ ਬਾਹਰ ਆ ਕੇ ਇਸ ਦੁਸ਼ਮਣ ਫੌਜ ਦੇ ਨਾਲ ਮੁਕਾਬਲਾ ਕਰਦੇ ਹੋਏ ਆਪਣੇ ਸ਼ਹਾਦਤ ਦੇ ਜਾਮ ਪੀ ਗਏ। ਇਹ ਘੱਲੂਘਾਰਾ ਦਿਵਸ ਹਰੇਕ ਸਾਲ ਜਿਹੜੇ ਸਿੱਖ ਆਪਣੀ ਕੌਮ ਜਿਨ੍ਹਾਂ ਨੂੰ ਥੋੜਾ ਬਹੁਤਾ ਵੀ ਪ੍ਰਮਾਤਮਾ ਤੇ ਭਰੋਸਾ ਵਾ ਜਾਂ ਕੌਮ ਦਾ ਦਰਦ ਹੈ, ਕਿਉਂਕਿ ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਅੱਜ ਹੋ ਚੁੱਕੇ ਆ, ਉਹਨਾਂ ਦੇ ਮਨਾਂ ਦੇ ਅੰਦਰ ਰਾਜਨੀਤੀ ਇੰਨੀ ਫਿੱਟ ਹੋ ਚੁੱਕੀ ਆ, ਉਹਨਾਂ ਦੇ ਦਿਮਾਗ ਹੀ ਨਹੀਂ ਖੁੱਲ ਰਹੇ ਕਿ ਸਾਡਾ ਕੌਣ ਦੁਸ਼ਮਣ ਆ, ਕਿਹਨੇ ਕਿਹਨੇ ਸਾਡੇ ਤੇ ਹਮਲੇ ਕੀਤੇ। ਉਹ ਸਿਰਫ ਆਪਣੀ ਥੋੜੀ ਜਿਹੀ ਗਰਜ ਦੀ ਖਾਤਰ ਇਹਨਾਂ ਚੀਜ਼ਾਂ ਤੋਂ ਦੂਰ ਹੋ ਚੁੱਕੇ ਆ। ਪਰ ਇਸ ਗੱਲ ਦੇ ਇਤਿਹਾਸ ਬਣਦੇ ਜਾ ਰਹੇ ਆ, ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਤੋਂ ਸਿੱਖਿਆ ਲੈਂਦੀਆਂ ਰਹਿਣਗੀਆਂ ਕਿ ਜਿਹੜੇ ਤਖਤ ਦੀ ਨੀਂਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਤੇ ਮੀਰੀ ਦੇ ਮਾਲਕ ਨੇ ਰੱਖੀ, ਅਕਾਲ ਤਖਤ, ਜਿਹੜਾ ਵੀ ਇਸ ਦੇ ਨਾਲ ਟੱਕਰ ਲਵੇਗਾ, ਮੱਥਾ ਲਾਵੇਗਾ, ਉਹਦਾ ਹਸ਼ਰ ਜੋ ਪਿਛਲਿਆਂ ਦਾ ਹੁੰਦਾ ਰਿਹਾ ਆਉਣ ਵਾਲਿਆਂ ਦਾ ਵੀ ਹੁੰਦਾ ਰਹੇਗਾ। ਭਾਵੇਂ ਇੱਥੋਂ ਤੱਕ ਵੀ ਵਿਦਵਾਨ ਲੋਕ ਦੱਸਦੇ ਆ, ਕਹਿੰਦੇ ਜਦੋਂ ਇੰਦਰਾ ਗਾਂਧੀ ਨੇ ਹਮਲਾ ਕਰਵਾਇਆ ਤੇ ਜਿਹੜਾ ਆਪਣੇ ਇੰਗਲੈਂਡ ਦੀ ਉਹਦੀ ਸੀਗੀ ਆ ਜਿਹਨੂੰ ਊਧਮ ਸਿੰਘ ਨੇ ਮਾਰਿਆ ਉਡਵੈਰ ਨੂੰ, ਤੇ ਉਹਦੀ ਗਾਹਾਂ ਦੀ ਗਾਹਾਂ ਪੋਤਰੀ ਨੇ ਸੁਨੇਹਾ ਵੀ ਭੇਜਿਆ ਸੀ ਵੀ ਤੂੰ ਕਿਹੜੀ ਕੌਮ ਦੇ ਨਾਲ ਮੱਥਾ ਲਾ ਲਿਆ। ਇਹਨਾਂ ਨੇ ਤਾਂ 21 ਸਾਲ ਬਾਅਦ ਆ ਕੇ ਇੱਥੇ ਆਪਣੇ ਮੇਰੇ ਦਾਦੇ ਨੂੰ ਕਤਲ ਕਰਤਾ ਸੀ। ਸਿੱਖ ਕੌਮ ਐਸੀ ਕੌਮ ਆ। ਇਸ ਕਰਕੇ ਆਪਣਾ ਫਰਜ਼ ਬਣ ਜਾਂਦਾ ਸਾਰਿਆਂ ਦਾ, ਜੋ ਪਾਤਸ਼ਾਹ ਦਾ ਆਪਾਂ ਨੂੰ ਹੁਕਮ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਜਿੱਥੇ ਅਸੀਂ ਆ ਦੁਨਿਆਵੀ ਤਾਣੇ ਬਾਣੇ ਦੇ ਅੰਦਰ ਬਹੁਤ ਉਲਝ ਚੁੱਕੇ ਆ, ਮਾਡਰਨ ਦੁਨੀਆ ਜਿਹੜੀ ਬਣਨ ਜਾ ਰਹੀ ਆ, ਆਪਦੇ ਆਪ ਨੂੰ ਹੈ ਤਾਂ ਬਰਬਾਦੀ ਵਾਲਾ ਕੰਮ ਹੀ। ਕਿਉਂਕਿ ਜਿਉਂ ਜਿਉਂ ਅਸੀਂ ਗੁਰੂ ਬਾਣੀ ਤੋਂ, ਗੁਰ ਇਤਿਹਾਸ ਤੋਂ, ਗੁਰੂ ਘਰਾਂ ਤੋਂ, ਸੰਗਤ ਤੋਂ ਟੁੱਟਦੇ ਜਾ ਰਹੇ ਹਾਂ ਤੇ ਸਾਡਾ ਆਉਣ ਵਾਲਾ ਭਵਿੱਖ ਕੋਈ ਵਧੀਆ ਨਹੀਂ ਕਿਸੇ ਨੂੰ ਦਿਖਾਈ ਦੇ ਰਿਹਾ। ਇੱਕ ਮੂਰਖਤਾ ਦੀ ਦੌੜ ਜੀ ਲੱਗ ਰਹੀ ਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਸੋਝੀ ਬਖਸ਼ਣ ਤੇ ਅੱਗੇ ਤੋਂ ਕੋਈ ਐਸਾ ਸਮਾਂ ਨਾ ਆਪਾਂ ਨੂੰ ਦੇਖਣਾ ਪਵੇ ਜਿਹੜਾ ਦੁੱਖਾਂ ਭਰਿਆ ਹੋਵੇ। ਆਓ ਫਿਰ ਹੁਣ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ 'ਚ ਥੋੜਾ ਜਿਹਾ ਸਮਾਂ ਗੁਰਮੰਤਰ ਦਾ ਅਭਿਆਸ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ।